ਵੈਲਕਮ ਸਟੂਡੈਂਟਸ ਡ੍ਰੀਮ ਵੀਵਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਣੀ ਪਹਿਲੀ YouTube ਤੇ ਵੀਡੀਓ ਜੋ ਕਿ ਮੈਥਸ 10th ਕਲਾਸ ਦੀ, ਜਿਸ ਦੇ ਵਿੱਚ ਆਪਾਂ ਚੈਪਟਰ 3 ਤੇ 4 ਪੇਅਰ ਆਫ ਲੀਨੀਅਰ ਇਕੁਏਸ਼ਨਸ ਐਂਡ ਕੁਆਡਰੇਟਿਕ ਇਕੁਏਸ਼ਨ ਇਸ ਨੂੰ ਸਮਝਾਂਗੇ ਔਰ ਇਸ ਦੇ ਜਿਹੜੇ MCQs ਕੁਐਸਚਨਸ ਆ ਉਹਨਾਂ ਨੂੰ ਸੋਲਵ ਕਰਾਂਗੇ। ਸੋ ਪਹਿਲਾਂ ਆਪਾਂ ਚੈਪਟਰ 3 ਦੇ ਬਾਰੇ ਥੋੜਾ ਪੜਾਂਗੇ। ਸੋ ਮੈਂ ਤੁਹਾਨੂੰ ਜੋ ਇਸ ਚੈਪਟਰ ਦੇ ਵਿੱਚ ਜਰਨਲ ਟਰਮਸ ਯੂਜ਼ ਹੋ ਗਈਆਂ ਉਸ ਦੇ ਬਾਰੇ ਥੋੜਾ ਸਮਝਾਉਂਗਾ। ਠੀਕ ਹੈ, ਚੈਪਟਰ ਦਾ ਨੇਮ ਆ ਜੋ ਕਿ ਤੁਸੀਂ ਦੇਖਿਆ ਚੈਪਟਰ 3 ਪੇਅਰ ਆਫ ਲੀਨੀਅਰ ਇਕੁਏਸ਼ਨਸ। ਸੋ ਪੇਅਰ ਆਫ ਲੀਨੀਅਰ ਇਕੁਏਸ਼ਨਸ, ਪੇਅਰ ਮੀਨਸ ਦੋ ਇਕੁਏਸ਼ਨਸ ਆਪਾਂ ਨੂੰ ਇਸ ਦੇ ਵਿੱਚ ਦਿੱਤੀਆਂ ਹੋਣਗੀਆਂ। ਸੋ ਉਹ ਕਿਸ ਟਾਈਪ ਦੀਆਂ ਹੋਣਗੀਆਂ ਉਹ ਆਪਾਂ ਕਰਦੇ ਹਾਂ। ਫੋਰ ਐਗਜ਼ਾਮਪਲ 2x plus 4y is equal to 6, 4x plus 3y is equal to 5। ਸੋ ਇਸ ਤਰ੍ਹਾਂ ਦੀਆਂ ਇਕੁਏਸ਼ਨਸ ਆਪਾਂ ਇਸ ਚੈਪਟਰ ਵਿੱਚ ਪੜ੍ਹਨੀਆਂ। ਸੋ ਇਹ ਟੂ ਵੇਰੀਏਬਲਸ ਦੇ ਵਿੱਚ ਕਿਸ ਤਰ੍ਹਾਂ, ਇੱਕ ਇਹਦੇ ਵਿੱਚ x ਯੂਜ਼ ਹੋ ਰਿਹਾ ਹੈ, ਇੱਕ y ਯੂਜ਼ ਹੋ ਰਿਹਾ ਹੈ। ਸੋ ਇਹ ਜਿਹੜੇ x ਤੇ y ਆ ਇਹਨਾਂ ਨੂੰ ਆਪਾਂ ਵੇਰੀਏਬਲਸ ਬੋਲਦੇ ਹਾਂ। ਸੋ ਇਹ 4 3 5 4 ਤੇ 3 ਕੋਐਫੀਸ਼ੀਐਂਟਸ ਹੋ ਗਏ, x ਦਾ ਕੋਐਫੀਸ਼ੀਐਂਟ 4, 3y ਦਾ ਕੋਐਫੀਸ਼ੀਐਂਟ ਹੋ ਗਿਆ। ਇਹ ਦੋ ਕਾਂਸਟੈਂਟ ਟਰਮਸ ਆ। ਠੀਕ ਹੈ, 6 ਤੇ 5 ਕਾਂਸਟੈਂਟ ਟਰਮਸ ਆ। ਸੋ ਸਭ ਤੋਂ ਪਹਿਲਾਂ a1 ਓਵਰ a2। ਸੋ a1 ਕੀ ਹੋਊਗਾ, ਜੋ ਫਸਟ ਇਕੁਏਸ਼ਨ ਦੇ ਵਿੱਚ ਇਕੁਏਸ਼ਨ ਨੰਬਰ 1, ਇਕੁਏਸ਼ਨ ਨੰਬਰ 2, ਫਸਟ ਇਕੁਏਸ਼ਨ ਦੇ ਵਿੱਚ x ਦਾ ਕੋਐਫੀਸ਼ੀਐਂਟ ਇਸ ਨੂੰ ਆਪਾਂ a1 ਬੋਲਾਂਗੇ। a1 2 ਹੋ ਗਿਆ ਆਪਣੇ। ਸੋ a2 ਕੀ ਹੋਊਗਾ, ਜੋ ਸੈਕੰਡ ਇਕੁਏਸ਼ਨ ਦੇ ਵਿੱਚ x ਦਾ ਕੋਐਫੀਸ਼ੀਐਂਟ ਆ ਉਹਨੂੰ ਆਪਾਂ a2 ਬੋਲਾਂਗੇ। a2 ਹੋ ਗਿਆ 4। ਸੋ b1 ਜੋ y ਦਾ ਕੋਐਫੀਸ਼ੀਐਂਟ ਆ ਫਸਟ ਇਕੁਏਸ਼ਨ ਦੇ ਵਿੱਚ 4, b2 ਜੋ ਸੈਕੰਡ ਇਕੁਏਸ਼ਨ ਵਿੱਚ y ਦਾ ਕੋਐਫੀਸ਼ੀਐਂਟ ਹੋਊਗਾ ਉਹ ਹੋ ਗਿਆ b2 3। ਸੋ ਇਹ 6 ਤੇ 5 ਕਾਂਸਟੈਂਟ ਟਰਮਸ ਆ, ਇਹਨਾਂ ਨੂੰ ਆਪਾਂ ਡੋਨੇਟ ਕਰਦੇ ਹਾਂ c1 ਤੇ c2 ਦੇ ਨਾਲ। c1 6 ਐਂਡ c2 5। ਹੁਣ ਇਹਨਾਂ ਤੋਂ ਹੀ ਫਾਰਮੂਲੇ ਬਣਨਗੇ। a1 a2 ਹੋ ਗਿਆ 2 ਓਵਰ 4। ਸੋ 2 ਓਵਰ 4 ਦੀ ਆਪਾਂ ਕਟਿੰਗ ਕਰਾਂਗੇ ਤੇ ਆ ਜਾਊਗਾ 1 ਓਵਰ 2। b1 ਓਵਰ b2 4 ਓਵਰ 3, c1 ਓਵਰ c2 6 ਓਵਰ 5। ਸੋ ਹੁਣ ਇਹਨਾਂ ਤੋਂ ਆਪਾਂ ਅਗਰ a1 a2 not equal to b1 b2, मतलब कि अगर a1 a2 b1 b2 ਦੇ ਬਰਾਬਰ ਨਾ ਆਵੇ, ਜੋ ਇਸ ਕੇਸ ਦੇ ਵਿੱਚ ਆ a1 a2 ਆਇਆ ਸੀ 1 ਓਵਰ 2, b1 b2 ਆਇਆ ਸੀ 4 ਓਵਰ 3। ਸੋ ਇਹਨੂੰ ਬੋਲਦੇ ਆ ਯੂਨੀਕ ਸੋਲੂਸ਼ਨ। ਯੂਨੀਕ ਸੋਲੂਸ਼ਨ ਔਰ ਯੂਨੀਕ ਸੋਲੂਸ਼ਨ ਦੇ ਗ੍ਰਾਫਸ ਦੇ ਵਿੱਚ ਲਾਈਨਸ ਕਰਦੀਆਂ ਇੰਟਰਸੈਕਟ ਔਰ कंसिस्टेंट भी कहते हैं। ठीक है, सो सेकंड a1 a2 इक्वल टू b1 b2 नॉट इक्वल टू c1 c2। अगर अपने को इस तरीके दे नाल पहलियां दो टर्म्स बराबर आंदियां, तीसरी इक्वल नहीं आती, इनू कहते हैं नो सोल्यूशन। नो सोल्यूशन दे विच जिहड़ियां लाइनस आ ओह हुंदियां पैरेलल और ये होंदा इनकंसिस्टेंट। इन्हां दा रिजल्ट इनकंसिस्टेंट। हुण इनकंसिस्टेंट क्योंकि नो सोल्यूशन, कोई सोल्यूशन नहीं आता, कोई हल नहीं है, इसलिए इक्वेशन को आप इनकंसिस्टेंट बोलांगे। लास्ट पेयर a1 a2 इक्वल टू b1 b2 इक्वल टू c1 c2। इनफाइनाइटली मैनी सोल्यूशन। इस दे विच लाइन्स करदियां कोइंसिडेंट। कोइंसिडेंट का मतलब आ कि लाइन्स एक ही लाइन के उपर सारे पॉइंट्स जिहड़े आ आते हैं उन्होंने आपां कोइंसिडेंट कहते हैं। पैरेलल लाइन्स जिहड़ियां आपस च नहीं कट करूगियां,
इंटरसैक्टिंग लाइनस जड़ियां आपस दे विच कट करूंगी। सो इन्हां दे विच भी इन्हां नूं कंसिस्टेंट बोलते हैं आपां, क्योंकि इहदे विच आपां नूं आंसरस मिल जांदे आ, एक तो ज़्यादा आंसरस मिल जांदे आ। सो इस दे विचों जिहड़ा एक या 2 मार्क्स का क्वेश्चन जिहड़ा आ वो पक्का पेपर दे विच तुहानूं मिल जांदे आ। सो ये चीज़ सारिआं नूं पता होनी चाहिए है। हुण आपां इस तो बाद इहदे क्वेश्चनस कुछ हल करांगे। A pair of linear equations a1 x plus b1 y plus c1 equal to 0, a2 x plus b2 y plus c2 is equal to 0 is said to be inconsistent. Inconsistent means कि equations ਦਾ ਕੋਈ ਵੀ ਜਿਹੜਾ आंसर आ वो नहीं आ रहा, no solution. So no solution means फार्मूला पिक करना आपां। So a1 a2 equal to b1 b2 not equal to c1 c2। ये no solution ਦਾ ਜਿਹੜਾ ਫਾਰਮੂਲਾ ਆ ਉਹ ਹੁੰਦਾ ਹੈ। ਅਗਰ ਆਪਾਂ ਬਾਕੀ ਫਾਰਮੂਲਿਆਂ ਦੀ ਗੱਲ ਕਰੀਏ, a1 a2 not equal to b1 b2 a यूनिक सॉल्यूशन, तीनों इक्वेशंस बराबर हो जान, इनफाइनाइटली मैनी। सो ये कोई फार्मूला नहीं होंदा, ये वैसे दे रखा है। सो इसका करैक्ट आंसर बन जाएगा ऑप्शन बी। सो नैक्सट क्वेश्चन वाल चलते हैं। द पेयर ऑफ इक्वेशंस 3x minus 5y is equal to 7 and minus 6x plus 10y is equal to 7। ਹੁਣ ਇਸ ਇਕੁਏਸ਼ਨ ਨੂੰ ਆਪਾਂ ਚੈੱਕ ਕਰਨਾ ਕਿ ਇਸ ਦਾ ਯੂਨੀਕ ਸੋਲੂਸ਼ਨ ਆ, ਨੋ ਸੋਲੂਸ਼ਨ ਆ, ਇਨਫਾਈਨਾਈਟਲੀ ਮੈਨੀ ਸੋਲੂਸ਼ਨ ਆ ਜਾਂ ਟੂ ਸੋਲੂਸ਼ਨਸ ਆ। ਸੋ ਸਭ ਤੋਂ ਪਹਿਲਾਂ ਜਿਹੜੀਆਂ ਇਕੁਏਸ਼ਨਸ ਆ ਉਹਨਾਂ ਦੇ ਵਿੱਚ ਆਪਾਂ ਨੂੰ a1 a2 b1 b2 c1 c2 ਦੇਖਣਾ ਪਊਗਾ। ਸੋ ਇਕੁਏਸ਼ਨ ਦੇਖਦੇ ਹੀ ਆਪਾਂ ਇਹਦਾ ਆਨਸਰ ਕਰ ਸਕਦੇ ਹਾਂ ਕਿ ਜਦੋਂ ਆਪਾਂ ਇਸ ਚੀਜ਼ ਨੂੰ ਕੱਟ ਕਰਾਂਗੇ ਤਾਂ ਆਪਣੇ ਕੋਲ ਆਨਸਰ ਆਏਗਾ ਮਾਈਨਸ ਦਾ 1/2। ਜਦੋਂ ਆਪਾਂ ਇਸ ਨੂੰ a1 over a2 ਕਰਾਂਗੇ, b1 b2 ਦੀ ਵੈਲਿਊ 5/10, ਇਹ ਵੀ ਆਪਣੇ ਕੋ ਆ ਜਾਊਗੀ ਮਾਈਨਸ 1/2। 7 ਨੂੰ 7 ਦੇ ਨਾਲ ਕੱਟ ਕਰਾਂਗੇ ਤਾਂ ਇਹ ਆਊਗਾ 1। ਸੋ ਇਸ ਕੇਸ ਦੇ ਵਿੱਚ ਆਪਣੇ ਕੋ ਪਹਿਲੇ ਦੋ ਬਰਾਬਰ ਆ ਰਹੇ ਆ ਔਰ ਤੀਸਰਾ ਜਿਹੜਾ ਆ ਉਹ ਇਕੁਅਲ ਨਹੀਂ ਆ ਰਿਹਾ। ਸੋ ਇਸ ਲਈ ਜਿਹੜਾ ਇਸ ਕੁਐਸਚਨ ਦਾ ਰਾਈਟ ਆਨਸਰ ਆ ਉਹ ਕੀ ਬਣ ਜਾਏਗਾ, ਆਪਸ਼ਨ ਸੀ ਨੋ ਸੋਲੂਸ਼ਨ। ਨੋ ਸੋਲੂਸ਼ਨ ਦੇ ਵਿੱਚ a1 a2 b1 b2 ਦੇ ਇਕੁਅਲ ਹੁੰਦਾ ਹੈ ਔਰ c1 c2 ਦੇ ਇਕੁਅਲ ਨਹੀਂ ਹੁੰਦਾ। So next question number 3, if a pair of linear equations is consistent, इस word ਤੇ main focus ਹੋਣਾ ਚਾਹੀਦਾ ਤੁਹਾਡਾ consistent, then lines will be, if fill in the blanks ਹੈ ਤੁਹਾਡੇ ਪੇਪਰ ਦੇ ਵਿੱਚ 16 MCQs 7 blanks ਔਰ 7 true false ਜਿਹੜੇ ਆ ਉਹ ਆਣੇ ਨੇ। ਸੋ ਇਸ ਤਰੀਕੇ ਦੀਆਂ ਬਲੈਂਕਸ ਬੱਚੇ ਗਲਤ ਕਰਦੇ ਆ। ਕੰਸਿਸਟੈਂਟ ਯੂਨੀਕ ਦੇ ਵਿੱਚ ਵੀ ਹੁੰਦਾ ਆ ਔਰ ਇਨਫਾਈਨਾਈਟਲੀ ਮੈਨੀ ਦੇ ਵਿੱਚ ਵੀ ਹੁੰਦਾ ਆ। ਸੋ ਲਾਈਨਸ ਜਿਹੜੀਆਂ ਆ ਇਸ ਕੇਸ ਦੇ ਵਿੱਚ ਇੰਟਰਸੈਕਟ ਵੀ ਕਰੂਗੀਆਂ, ਇੰਟਰਸੈਕਟਿੰਗ ਔਰ ਮੀਨਸ ਜਾਂ ਤਾਂ ਇੰਟਰਸੈਕਟ ਕਰੂਗੀਆਂ ਔਰ ਕੋਇਨਸੀਡੈਂਟ ਜਾਂ ਕੋਇਨਸੀਡੈਂਟ ਹੋ ਗਈਆਂ। ਸੋ ਇਹ ਦੋਨੋਂ ਹੀ ਲਿਖਣੇ ਆ ਤਾਂ ਤੁਹਾਨੂੰ ਜਿਹੜਾ ਇਸ ਕੁਐਸਚਨ ਦਾ ਇੱਕ ਨੰਬਰ ਉਹ ਮਿਲੂਗਾ। ਨੈਕਸਟ ਕੁਐਸਚਨ, if the lines given by 2x plus ky is equal to 1 and 3x minus 5y is equal to 7 are parallel, then the value of k is। so ਹੁਣ ਆਪਾਂ k ਦੀ ਵੈਲਿਊ ਫਾਈਂਡ ਕਰਨੀ ਹੈ। ਇਕੁਏਸ਼ਨਸ ਆਪਾਂ ਨੂੰ ਪੈਰਲਲ ਗਿਵਨ ਆ, ਠੀਕ ਹੈ। ਸੋ ਪੈਰਲਲ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ a1 a2 equal to b1 b2 not equal to c1 c2। नो ਸੋਲੂਸ਼ਨ ਦਾ ਫਾਰਮੂਲਾ ਲਗਾਉਣਾ ਹੈ। ਜਿਸ ਬੱਚੇ ਨੂੰ ਟੇਬਲ ਸਾਰਾ ਆਉਂਦਾ ਆ ਉਹਨੇ ਕੁਐਸਚਨਸ ਬਹੁਤ ਜਲਦੀ ਸੋਲਵ ਕਰ ਲੈਣੇ ਆ ਵਾਲੇ। a1 a2 2 over 3 is equal to b1 b2 k over minus 5। ਆਪਾਂ ਜਸਟ x ਦੇ ਕੋਐਫੀਸ਼ੀਐਂਟਸ ਦੇਖਣੇ ਆ। x ਦੇ ਕੋਐਫੀਸ਼ੀਐਂਟਸ ਤੋਂ ਮਿਲੂਗਾ a1 a2, y ਦੇ ਕੋਐਫੀਸ਼ੀਐਂਟਸ ਤੋਂ ਮਿਲੂਗਾ b1 b2। ਇਸ ਚੀਜ਼ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਕਿਉਂਕਿ ਆਪਣਾ ਆਨਸਰ ਜਿਹੜਾ ਹੈ ਇਹ ਦੋ ਇਕੁਏਸ਼ਨਸ ਤੋਂ ਹੀ ਆ ਜਾਊਗਾ। ਕ੍ਰਾਸ ਮਲਟੀਪਲਾਈ ਕਰ ਦੋ, 5 ਨੂੰ 2 ਨਾਲ ਕੀਤਾ -10 over 3 is equal to k। ਸੋ ਆਪਣੀ ਕਰੈਕਟ ਆਪਸ਼ਨ ਜਿਹੜੀ ਆ ਉਹ ਕਿਹੜੀ ਬਣੀ ਆ, ਆਪਸ਼ਨ A।
-10/3. Next question number 5. True or false? The graph of x is equal to -2 is line parallel to y axis. देखो ਜਦੋਂ ਵੀ ਆਪਾਂ ਨੂੰ x ਦੀ ਵੈਲਿਊ ਦੇ ਰੱਖੀ ਆ ਤਾਂ ਉਹਦਾ ਗ੍ਰਾਫ ਹਮੇਸ਼ਾ ਪੈਰਲਲ ਹੋਊਗਾ y ਐਕਸਿਸ ਦੇ। ਇਹ ਬਿਲਕੁਲ ਠੀਕ ਆ। ਸੋ ਇੱਕ ਐਗਜ਼ਾਮਪਲ ਤੋਂ ਆਪਾਂ ਇਸ ਚੀਜ਼ ਨੂੰ ਕਲੀਅਰ ਕਰਦੇ ਹਾਂ। ਇਸ ਤਰੀਕੇ ਨਾਲ ਆਪਾਂ ਗ੍ਰਾਫ ਜਿਹੜਾ ਹੈ ਉਹ ਬਣਾਉਣਾ ਹੈ। ਇਹ x ਐਕਸਿਸ ਹੁੰਦਾ ਹੈ, ਇਹ y, ਸੋ x ਡੈਸ਼ y ਡੈਸ਼। ਹੁਣ x is equal to -2, x is equal to -2 ਇੱਥੇ ਆਊਗਾ, -2 ਤੇ -1 ਹੋ ਗਿਆ। ਇਹ ਰੀਜ਼ਨ ਹੁੰਦਾ ਹੈ 0, ਰੀਜ਼ਨ ਦੇ ਕੋਆਰਡੀਨੇਟਸ ਹੁੰਦੇ ਆ 0,0। ਸੋ -2 ਹੁਣ ਜਦੋਂ ਆਪਾਂ ਇਹਦਾ ਗ੍ਰਾਫ ਡਰਾ ਕਰਾਂਗੇ ਇਸ ਤਰੀਕੇ ਨਾਲ ਲਾਈਨ ਬਣੂਗੀ। ਇਹ ਆਪਣਾ y ਐਕਸਿਸ ਆ, ਸੋ ਇਹ ਦੋਨੇ ਆਪਸ ਦੇ ਵਿੱਚ ਪੈਰਲਲ ਲਾਈਨਸ ਆ, ਇਸ ਕਰਕੇ ਇਹ ਹਮੇਸ਼ਾ ਟਰੂ ਆਊਗਾ। ਅਗਰ ਆਪਾਂ ਨੂੰ y ਦੀ ਵੈਲਿਊ ਦੇ ਰੱਖੀ ਆ ਤਾਂ ਉਹ ਲਾਈਨ x ਐਕਸਿਸ ਦੇ ਪੈਰਲਲ ਆਊਗਾ। क्वेश्चन नंबर 6 करते हैं आगे। इफ द इक्वेशन x plus 2y is equal to 10, अपने को x plus 2y is equal to 10, the value of y is 6, y अपन 6 दे रखा है, सो आप 6 जड़ा है वो पुट कर देंगे is equal to 10, आप x फाइंड करना है। 6 into 2 हो गया 12, सो x plus 12 is equal to 10। 12 दूसरी साइड माइनस का हो जाएगा, सो x आ जाएगा अपने को -2। सो राइट आंसर जोड़ा आ वो इस क्वेश्चन का बन जाएगा -2। सो क्वेश्चन नंबर 7 करते हैं आगे। इफ अ पेयर ऑफ लीनियर इक्वेशन इज इनकंसिस्टेंट देन द लाइंस आर। इनकंसिस्टेंट दे विच नो सोल्यूशन होंदा है। इनकंसिस्टेंट इन वर्ड आ गया मीनस नो सोल्यूशन, सो लाइंस हमेशा पैरलल होंगी। इन सोल्यूशन दे विच नो सोल्यूशन दा ग्राफ होंदा पैरलल। अगर यही क्वेश्चन इत्थे आ जांदा कंसिस्टेंट, इन वर्ड आपां हटा दईए, अगर अपने को कल्ला कंसिस्टेंट आ गया दैन इहदा आंसर आना सी इंटरसैक्टिंग और कोइंसिडेंट। सो इस तरीके दे नाल क्वेश्चंस चेंज होके भी आ सकते हैं, बट इस क्वेश्चन का राइट आंसर ए आऊगा। नेक्स्ट क्वेश्चन नंबर 8 करते हैं। क्वेश्चन नंबर 8, द पेयर ऑफ इक्वेशंस। हुण आपां नूं दो इक्वेशंस दे रखियां, आपां चेक करना है। इदां दे क्वेश्चंस बड़े फास्ट वे दे नाल सॉल्व करने हैं। देखो x के कोएफिशिएंट्स देखने हैं, उन्होंने डिवाइड कर दो 9/18। y के कोएफिशिएंट्स देखने हैं, उन्होंने डिवाइड कर दो 3/6। और कांस्टेंट टर्म्स देखनी है, उन्होंने डिवाइड कर दो 12/26 सॉरी 9 18 दे नाल कैंसल हो गया, अपने को 1/2 आ गया। 3 दे नाल 6 कैंसल हो गया, अपने को 1/2 आ गया, सो इक्वल आ गया अपने को। 12 ਨਾਲ 26 कट आउट नहीं होगा, सो डैट मीनस कि ये दोनों दे तीसरा मैंबर इक्वल नहीं आऊगा, सो नॉट इक्वल हो जाऊगा 12/26 दे। कटिंग वैसे हो सकती है 6/13। सो की रिजल्ट बने अपने को A1 A2 इक्वल टू B1 B2 नॉट इक्वल टू C1 C2। सो जो भी इस टाइप बनती है नो सोल्यूशन दा फार्मूला है, सो राइट आंसर अपने को हो जाएगा ऑप्शन सी। अगर इतने 24 होंगे 26 की जगह पे अगर अपने को 24 होंदा इत्थे दैन तीनों आपस बराबर आ जाने सी, फिर इसका आंसर बनना सी इनफाइनाइटली मैनी सोल्यूशन। सो ये सारा कुछ टेबल की हेल्प के नाल जिहड़ा आ वो तुसीं कर सकते हो। क्वेश्चन नंबर 9, द सोल्यूशन ऑफ इक्वेशंस। देखो हुण आपां इन्हां इक्वेशंस नूं सोल्यूशन सॉल्व करना है। सो इक्वेशंस की अपने को x minus 2y is equal to 2, x plus 4y is equal to 4। सो सिंपल वे दे नाल आपां इहनूं कर सकते हैं, साइन चेंज कर दो, माइनस हो गया, ये भी माइनस हो गया, ये भी माइनस हो गया, x में x कटी जाऊगी, 2y माइनस y 3y, एलिमिनेशन मैथड बोलते हैं इस मैथड नूं। सो -4 + 2 आ जाएगा -2। इक्वेशंस x minus 2y is equal to 2, x plus y is equal to 4,
x ਨੈਕਸਟ ਕੱਟਿਆ ਗਿਆ -3y। ਇਕੁਏਸ਼ਨਸ ਦੇ ਵਿੱਚ ਸ਼ਾਇਦ ਇੱਥੇ 2 ਨਹੀਂ ਆਊਗਾ, ਅਗਰ ਆਪਾਂ ਇਹ 2 ਨੂੰ ਸਕਿਪ ਕਰਦੇ ਹਾਂ ਦੈਨ ਇਹ 2 ਇੱਥੇ ਨਹੀਂ ਹੈਗਾ, ਮਾਈਨਸ ਦਾ 2 ਆ ਜਾਏਗਾ, y ਆ ਜਾਏਗਾ 1। ਸੋ ਇਕੁਏਸ਼ਨਸ ਦੇ ਵਿੱਚ ਇਸ ਤਰੀਕੇ ਨਾਲ ਇਕੁਏਸ਼ਨਸ ਬਣਨੀਆਂ ਸੀ ਕਰੈਕਟ। x minus y is equal to 2, x plus y is equal to 4। y ਨਾਲ y ਕੱਟਿਆ ਜਾਣਾ ਸੀ, x ਤੇ x 2x ਹੋ ਜਾਣੇ ਸੀ, 6 ਬਣ ਗਿਆ ਏ। ਸੋ x ਆ ਜਾਊਗਾ 6/2 3। ਸੋ x 3 ਆ ਗਿਆ, y 1 ਆ ਗਿਆ। ਆਪਸ਼ਨ A ਆ 2 ਜਿਹੜਾ ਨਾ ਇਹ ਨਹੀਂ ਆਣਾ ਇੱਥੇ। ਸੋ ਇਸ ਕਰਕੇ ਕਰੈਕਟ ਇਕੁਏਸ਼ਨਸ ਜਿਹੜੀਆਂ ਆ ਉਹ ਇਹ ਫਾਰਮ ਦੇ ਵਿੱਚ ਆਉਗੀਆਂ। ਸੋ ਤੁਸੀਂ y ਦੇ ਨਾਲ y ਕੈਂਸਲ ਕਰ ਦੇਣਾ, x 2x ਹੋ ਗਏ, 6 ਬਣ ਗਿਆ। ਬਾਕੀ 2 ਤੇ ਜਾ ਕੇ ਡਿਵਾਈਡ ਹੋ ਜਾਊਗਾ, x ਆ ਜਾਊਗਾ 3। ਫਿਰ ਆਪਾਂ ਇਹਨੂੰ ਪੁੱਟ ਕਰਕੇ y ਵੀ ਕੈਲਕੂਲੇਟ ਕਰ ਸਕਦੇ ਹਾਂ। ਸੋ ਅਗਰ ਆਪਣੇ ਕੋਲ ਇੱਕ ਆਨਸਰ ਆ ਗਿਆ 3, ਸੋ ਇੱਥੇ -1 ਆ x, ਇੱਥੇ 5 ਆ, ਇੱਥੇ 4। ਸੋ ਇਸ ਕਰਕੇ ਇਹਦਾ ਆਨਸਰ ਆਪਸ਼ਨ A ਹੀ ਆਊਗਾ 9th ਦਾ। 10th ਕੁਐਸਚਨ ਕਰਦੇ ਹਾਂ ਅੱਗੇ। ਕੁਐਸਚਨ ਨੰਬਰ 10, the value of C for which the pair of equations will have infinitely many solution। infinitely many solution ਚ ਤਿੰਨੋਂ ਹੀ ਆਪਸ ਚ ਬਰਾਬਰ ਹੁੰਦੇ ਆ, A1 A2 B1 B2 C1 C2। ਸੋ C x ਦਾ ਕੋਐਫੀਸ਼ੀਐਂਟ C over 6 is equal to y ਦਾ ਕੋਐਫੀਸ਼ੀਐਂਟ -1 over -2। ਮਾਈਨਸ ਨਾਲ ਮਾਈਨਸ ਕੈਂਸਲ ਹੋ ਗਈ, ਇਹ 6 ਉੱਪਰ ਜਾਊਗਾ, 6/2 3। ਸੋ ਰਾਈਟ ਆਂਸਰ ਆਪਸ਼ਨ A 3 ਬਣ ਜਾਏਗਾ ਇਸ ਕੁਐਸਚਨ ਦਾ। ਠੀਕ ਹੈ। ਸੋ ਕੋਈ ਵੀ ਵੈਲਿਊ ਫਾਈਂਡ ਕਰਨ ਵਾਲਾ ਕੁਐਸਚਨ ਆਊਗਾ, ਅਗਰ ਸਾਨੂੰ ਫਾਰਮੂਲਾ ਆਉਂਦਾ ਹੈ ਤਾਂ ਆਪਾਂ ਉਸ ਕੁਐਸਚਨ ਨੂੰ ਆਰਾਮ ਦੇ ਨਾਲ ਈਜ਼ੀਲੀ ਕਰ ਸਕਦੇ ਹਾਂ। ਕੁਐਸਚਨ ਨੰਬਰ 11, the graph of linear equation in two variables x plus y is equal to 4। ਇਹਨੂੰ ਬੋਲਾਂਗੇ ਇਕੁਏਸ਼ਨ ਇਨ ਟੂ ਵੇਰੀਏਬਲ। ਇੱਕ ਵੇਰੀਏਬਲ x ਹੋ ਗਿਆ ਇਹਦੇ ਵਿੱਚ, ਇੱਕ ਵੇਰੀਏਬਲ y ਹੋ ਗਿਆ ਇਹਦੇ ਵਿੱਚ। ਹੁਣ ਇਹਦਾ ਗ੍ਰਾਫ ਜਿਹੜਾ ਆ ਉਹ ਹਮੇਸ਼ਾ ਲਾਈਨ ਬਣੂਗਾ। ਜਦੋਂ ਵੀ ਆਪਾਂ ਗ੍ਰਾਫਸ ਡਰਾ ਕਰਦੇ ਹਾਂ ਤਾਂ ਆਪਣੇ ਕੋਲ ਇਸ ਤਰੀਕੇ ਦੀਆਂ ਲਾਈਨਸ ਜਿਹੜੀਆਂ ਉਹ ਬਣਦੀਆਂ, ਇੰਟਰਸੈਕਟਿੰਗ ਜਾਂ ਪੈਰਲਲ ਜਾਂ ਕੋਇਨਸੀਡੈਂਟ। ਸੋ ਲਾਈਨ ਜਿਹੜੀ ਹੈ ਬਿਲਕੁਲ ਸਟ੍ਰੇਟ ਲਾਈਨ ਹੁੰਦੀ ਆ। ਸੋ ਲੀਨੀਅਰ ਇਕੁਏਸ਼ਨਸ ਦਾ ਗ੍ਰਾਫ ਜਿਹੜਾ ਆ ਉਹ ਹਮੇਸ਼ਾ ਲਾਈਨ ਬਣੂਗਾ। ਇਹ ਬਿਲਕੁਲ ਠੀਕ ਆ। ਸੋ ਇਸ ਲਈ ਇਸ ਦਾ ਆਨਸਰ ਜਿਹੜਾ ਆ ਉਹ ਆਪਣੇ ਕੋਲ ਟਰੂ ਆ ਜਾਣਾ ਸੀ। ਸੋ ਨੈਕਸਟ ਕੁਐਸਚਨ ਨੰਬਰ 12, the lines ਦਿੱਤੀਆਂ ਆਪਾਂ ਨੂੰ 5x minus 7y is equal to 17, 10x minus 14y is equal to 50। ਸੋ ਆਪਾਂ ਚੈੱਕ ਕਰਨਾ ਕੰਸਿਸਟੈਂਟ। ਹੁਣ ਕੰਸਿਸਟੈਂਟ ਆਉਂਦੇ ਹੀ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਕਿ ਜਾਂ ਤਾਂ ਇਹ ਯੂਨੀਕ ਆਉਣਾ ਚਾਹੀਦਾ ਕਿਉਂਕਿ ਯੂਨੀਕ ਦੇ ਵਿੱਚ ਕੰਸਿਸਟੈਂਟ ਹੁੰਦਾ, ਜਾਂ ਇਹ ਇਨਫਾਈਨਾਈਟਲੀ ਮੈਨੀ ਆਉਣਾ ਚਾਹੀਦਾ, ਮਤਲਬ ਨੋ ਸੋਲਿਊਸ਼ਨ ਨਹੀਂ ਆਉਣਾ ਚਾਹੀਦਾ। ਨੋ ਸੋਲਿਊਸ਼ਨ ਤੇ ਇਨਕੰਸਿਸਟੈਂਟ ਹੋ ਜਾਂਦਾ। ਸੋ ਆਪਾਂ ਚੈੱਕ ਕਰਾਂਗੇ 5/10 1/2, -7/14 1/2, 17/15 ਇਹ ਕਟਿੰਗ ਨਹੀਂ ਹੋਊਗੀ। ਸੋ ਇਸ ਕਰਕੇ ਇਹ ਆਪਣੇ ਕੋਲ ਨੋ ਸੋਲਿਊਸ਼ਨ ਹੀ ਆ ਰਿਹਾ ਹੈ। ਸੋ ਅਗਰ ਆਪਣੇ ਕੋਲ ਨੋ ਸੋਲਿਊਸ਼ਨ ਹੀ ਆ ਰਿਹਾ ਆ, ਸੋ ਇਹਦਾ ਮਤਲਬ ਇਹ ਕੰਸਿਸਟੈਂਟ ਨਹੀਂ ਹੈ। ਸੋ ਇਹ ਇਕੁਏਸ਼ਨਸ ਬਣ ਗਈਆਂ ਫਾਲਸ। ਠੀਕ ਹੈ, ਕਿਉਂਕਿ ਆਹ ਦੋ ਬਰਾਬਰ ਆਏ ਸੀ, ਇਹ ਇਹਦੇ ਵਿੱਚ ਇਕੁਅਲ ਨਹੀਂ ਆਇਆ ਸੀ। ਕੁਐਸਚਨ ਨੰਬਰ 13 ਕਰਦੇ ਹਾਂ ਅੱਗੇ। The lines 2x plus 5y is equal to 17, 5x plus 3y is equal to 14 are consistent। Same ਉਹੀ ਟਾਈਪ ਆ। 2/5 x ਦੇ ਕੋਐਫੀਸ਼ੀਐਂਟ, 5/3 ਇਹ ਆਪਸ ਚ ਇਕੁਅਲ ਨਹੀਂ ਹੈ। ਦੇਖੋ ਇੱਥੋਂ 2 ਆਊਗਾ, ਇੱਥੋਂ 5 ਆਊਗਾ, ਇੱਥੋਂ 5 ਆਊਗਾ ਤਾਂ ਇੱਥੋਂ 3 ਆਊਗਾ। ਸੋ ਇਹ ਆਪਸ ਚ ਬਰਾਬਰ ਨਹੀਂ ਆ ਰਹੇ, ਇਸ ਕਰਕੇ ਇਹ ਇਕੁਏਸ਼ਨਸ ਜਿਹੜੀਆਂ ਆ ਕੰਸਿਸਟੈਂਟ ਹੀ ਹੈ। ਸੋ ਇਹਦਾ ਆਨਸਰ ਟਰੂ ਹੀ ਆਣਾ, ਇਹ ਬਿਲਕੁਲ ਠੀਕ ਹੈ। ਯੂਨੀਕ ਸੋਲਿਊਸ਼ਨ ਦੇ ਵਿੱਚ ਇਕੁਏਸ਼ਨਸ ਕੰਸਿਸਟੈਂਟ ਹੁੰਦੀਆਂ ਆ, ਇਨਫਾਈਨਾਈਟਲੀ ਸੋਲਿਊਸ਼ਨ ਦੇ ਵਿੱਚ ਵੀ ਇਕੁਏਸ਼ਨਸ ਜਿਹੜੀਆਂ ਆ ਉਹ consistent ही होंगी हैं। ठीक है। So question number 14, the pair of equations y is equal to 0 and y is equal to -7 has। ये सब तो वधिया क्वेश्चन आ जिन्हें आपां कीते आ और बहुत बच्चे इस क्वेश्चन नूं गलत कर दिंदे आ। ठीक है, अपने कोल दो वैल्यूज दे रखियां y दी। हुण अगर दो वैल्यूज दे रखियां y दियां
ਤਾਂ ਬਹੁਤ ਸਾਰੇ ਜਣੇ सोचणगे कि टू सोल्यूशन आऊगा, पर ਇਹਦਾ आंसर टू सोल्यूशन नहीं है। सो ਇਹਨੂੰ ਆਪਾਂ ग्राफ ਦੀ हेल्प ਦੇ ਨਾਲ समझते हैं। देखो ਇਹ ਆਪਣੇ ਕੋਲ y is equal to 0, y is equal to 0 ਕਿੱਥੇ ਹੁੰਦਾ, ਇੱਥੇ ਹੁੰਦਾ, y is equal to 0, ठीक है। ਇਹ ਅਲੱਗ ਪੁਆਇੰਟ ਹੈ y is equal to 0, x ਦੀ ਸਾਨੂੰ ਪਤਾ ਕਿੰਨਾ, ਇਹਦੇ ਵਿੱਚ y is equal to 0 ਕਦੋਂ ਆਊਗਾ, ਜਦੋਂ x ਜਿਹੜਾ ਹੈ ਕੋਈ ਵੀ ਹੋਵੇ, ਅਗਰ 5,0 ਆਪਣੇ ਕੋਲ, ਤਾਂ ਇਹਦਾ ਮਤਲਬ ਉਹ ਇਸ ਲਾਈਨ ਦੇ ਉੱਪਰ ਹੀ ਬਣੂਗਾ, ਇਸ ਲਾਈਨ ਦੇ ਉੱਪਰ ਹੀ ਬਣੂਗਾ ਇਹ, ਜਦੋਂ ਵੀ y 0 ਆ, ਜਦੋਂ ਵੀ y 0 ਹੈ, ਜ਼ਰੂਰੀ ਨਹੀਂ ਹੈ ਕਿ ਇੱਥੇ ਬਣਨਾ, ਇੱਥੇ ਹੀ ਬਣ ਸਕਦਾ, ਇੱਥੇ ਹੀ ਬਣ ਸਕਦਾ, ਇਹ ਇਸ ਲਾਈਨ ਦੇ ਉੱਪਰ ਕਿਤੇ ਵੀ ਬਣ ਸਕਦਾ ਹੈ, ਇਸ ਲਾਈਨ ਦੇ ਉੱਪਰ। ਸੋ ਅਗਲੀ ਵੈਲਿਊ ਆ y is equal to -7, ਹੁਣ y ਦੀਆਂ ਵੈਲਿਊਜ਼ ਪੋਜ਼ਿਟਿਵ ਉੱਪਰ ਜਾਂਦੀਆਂ, ਨੀਚੇ ਆਉਂਦੀਆਂ ਨੈਗੇਟਿਵ ਵੈਲਿਊਜ਼। ਸੋ ਮੰਨ ਲਓ y -7 ਇੱਥੇ ਹੈ। ਸੋ ਅਗਰ y -7 ਇੱਥੇ ਆਪਣੇ ਕੋਲ, ਤਾਂ ਇਹਦੀ ਲਾਈਨ ਜਿਹੜੀ ਆ ਉਹ ਬਣੂਗੀ ਇੱਥੇ 7 ਦੇ ਉੱਪਰ ਬਣੂਗੀ, ਜਿੱਥੇ 7 ਪੁਆਇੰਟ ਆ। ਸੋ ਇਹ ਲਾਈਨ y is equal to -7 ਦੀ ਹੋਗੀ। ਹੁਣ ਲਾਈਨਸ ਚੈੱਕ ਕਰੋ ਕਿਸ ਤਰੀਕੇ ਦੀਆਂ ਆਈਆਂ, ਇਹ ਦੋਨੋਂ ਲਾਈਨਸ ਜਿਹੜੀਆਂ ਆ ਇਹ ਆਪਸ ਦੇ ਵਿੱਚ ਆਈਆਂ ਪੈਰਲਲ। ਸੋ ਲਾਈਨਸ ਬਣੀਆਂ ਪੈਰਲਲ। ਸੋ ਇਸ ਗ੍ਰਾਫ ਦੀ ਹੈਲਪ ਦੇ ਨਾਲ ਆਪਾਂ ਇਸ ਕੁਐਸਚਨ ਨੂੰ ਸਮਝ ਸਕਦੇ ਹਾਂ ਕਿ ਇਹਦਾ ਆਨਸਰ ਨੋ ਸੋਲੂਸ਼ਨ ਕਿਉਂ ਆਊਗਾ। ਇਸ ਕੁਐਸਚਨ ਦਾ ਆਨਸਰ ਆਣਾ ਨੋ ਸੋਲੂਸ਼ਨ, ਆਪਸ਼ਨ ਸੀ। ਬਹੁਤ ਇੰਟੈਲੀਜੈਂਟ ਬੱਚੇ ਵੀ ਇਸ ਕੁਐਸਚਨ ਨੂੰ ਗਲਤ ਕਰ ਦਿੰਦੇ ਆ, यूनिक लिख देंगे आ। यूनिक तो वैसे नहीं आना, y ਦੀਆਂ दो वैल्यूज दे रखियां 0 ਤੇ -7। यूनिक ਦਾ मतलब ਹੁੰਦਾ ਇੱਕ ਆਨਸਰ, ਇੱਕ ਹੱਲ। ਇਨਫਾਈਨਾਈਟਲੀ ਮੈਨੀ ਦਾ मतलब ਹੁੰਦਾ ਬਹੁਤ ਸਾਰੇ ਆਨਸਰਸ ਆ ਰਹੇ ਆਪਣੇ ਕੋਲ। ਹੁਣ ਇੱਥੇ ਟੂ ਸੋਲੂਸ਼ਨ ਵੀ ਨਹੀਂ ਆਊਗਾ, ਠੀਕ ਹੈ। y is equal to 0 ਦੇ ਉੱਪਰ x ਦੀਆਂ ਆਪਣੇ ਕੋਲ ਬਹੁਤ ਸਾਰੀਆਂ ਵੈਲਿਊਜ਼ ਮਿਲੂਗੀਆਂ ਆਪਾਂ ਨੂੰ। ਸੋ ਇਸ ਕਰਕੇ ਇਸ ਕੁਐਸਚਨ ਦਾ ਆਨਸਰ ਜਿਹੜਾ ਆ ਉਹ ਹਮੇਸ਼ਾ ਨੋ ਸੋਲੂਸ਼ਨ ਹੀ ਆਊਗਾ। ਸੋ ਇਹ ਸੀਗਾ ਵਧੀਆ ਕੁਐਸਚਨ ਇਸ ਚੈਪਟਰ ਦਾ। ਸੋ ਨੈਕਸਟ ਕੁਐਸਚਨ ਨੰਬਰ 15, ਇਹਦੇ ਵਿੱਚ ਆਪਾਂ ਨੂੰ x ਦੇ ਰੱਖਿਆ a ਔਰ y ਦੇ ਰੱਖਿਆ b। is the solution of pair of equation x minus y is equal to 2 and x plus y is equal to 4। ਕਰਨਾ ਇਹਦੇ ਵਿੱਚ ਕੁਛ ਨਹੀਂ ਆ, ਸਿਰਫ x ਔਰ y ਹੀ ਫਾਈਂਡ ਕਰਨੇ ਆ, ਕਿਉਂਕਿ x a ਆ ਤੇ y b ਆ, ਤੇ ਵੈਸੇ ਹੀ ਕਨਫਿਊਜ਼ ਕਰਨ ਨੂੰ ਦੇ ਰੱਖਿਆ ਤੁਹਾਨੂੰ। ਤੁਸੀਂ x ਔਰ y ਦੀ ਹੀ ਵੈਲਿਊ ਕੈਲਕੂਲੇਟ ਕਰਨੀ ਹੈ। x minus y is equal to 2, x plus y is equal to 4। ਪਹਿਲਾਂ ਆਪਾਂ ਕਰ ਚੁੱਕੇ ਇਸ ਤਰ੍ਹਾਂ ਦਾ ਕੁਐਸਚਨ। ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਆ, ਇੱਕ ਪੋਜ਼ਿਟਿਵ ਸਾਈਨ ਤੇ ਨੈਗੇਟਿਵ ਸਾਈਨ ਨੂੰ ਕੱਢ ਦਿਆ ਕਰੋ। x ਤੇ x ਹੋ ਗਿਆ 2x, 4 ਤੇ 2 ਹੋ ਗਿਆ 6। ਹੁਣ 6 ਦੇ ਨਾਲ 2 ਨੂੰ ਕੱਟ ਕਰ ਦਾਂਗੇ, x ਆ ਜਾਊਗਾ 3। ਸੋ x ਦਾ ਆਨਸਰ 3 ਆਂਦੇ ਹੀ ਤੁਸੀਂ ਆਪਸ਼ਨਸ ਦੇਖੋਗੇ ਤਾਂ y ਕੱਢਣ ਦੀ ਲੋੜ ਵੀ ਨਹੀਂ ਹੈ ਆਪਾਂ ਨੂੰ, ਕਿਉਂਕਿ ਸਿਰਫ ਇਸ ਆਪਸ਼ਨ ਦੇ ਵਿੱਚ ਹੀ x ਦਾ ਆਨਸਰ 3 ਆ ਰਿਹਾ ਹੈ। ਸੋ y ਕੱਢਣ ਦੀ ਲੋੜ ਨਹੀਂ, ਟਾਈਮ ਵੇਸਟ ਨਹੀਂ ਕਰਨਾ, ਬਾਕੀ ਆਪਸ਼ਨਸ ਆਪਣੇ ਆਪ ਇਲੀਮੀਨੇਟ ਕਰ ਦੇਣੀਆਂ। ਇਹ ਸੀਗੇ 3rd ਚੈਪਟਰ ਦੇ MCQs। ਹੁਣ ਆਪਾਂ ਅੱਗੇ ਚੈਪਟਰ 4 ਦੇ MCQs ਜਿਹੜੇ ਆ ਉਹ ਕਰਨੇ ਆ। 2 ਚੈਪਟਰ ਅੱਜ ਮੈਂ ਕਵਰ ਕਰੂੰਗਾ। ਚੈਪਟਰ 3 ਸੀ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲ, ਚੈਪਟਰ 4 ਆ ਕੁਆਡਰੈਟਿਕ ਇਕੁਏਸ਼ਨਸ। ਸੋ ਕੁਆਡਰੈਟਿਕ ਇਕੁਏਸ਼ਨਸ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੁਆਡਰੈਟਿਕ ਇਕੁਏਸ਼ਨ ਕਿਹੜੀ ਹੁੰਦੀ ਹੈ। ਕੁਆਡਰੈਟਿਕ ਇਕੁਏਸ਼ਨ ਹੁੰਦੀ ਆ ਜਿੱਥੇ ਪੋਲੀਨੋਮੀਅਲ ਦੀ ਸਭ ਤੋਂ ਵੱਡੀ ਪਾਵਰ, ਜਿੱਥੇ ਪੋਲੀਨੋਮੀਅਲ ਜਿਸ ਤਰੀਕੇ ਨਾਲ ਆਪਾਂ ਕੋਈ ਵੀ ਇਕੁਏਸ਼ਨ ਲਿਖਦੇ ਆ, ਉਹਦੀ ਹਾਈਐਸਟ ਪਾਵਰ, ਪੋਲੀਨੋਮੀਅਲ ਦੀ ਹਾਈਐਸਟ ਪਾਵਰ ਜਦੋਂ 2 ਹੋ ਜਾਂਦੀ ਆ ਤਾਂ ਆਪਾਂ ਉਹਨੂੰ ਕੁਆਡਰੈਟਿਕ ਇਕੁਏਸ਼ਨ ਬੋਲਦੇ ਆ। ਹਾਈਐਸਟ ਪਾਵਰ ਪੋਲੀਨੋਮੀਅਲ ਦੀ ਜਦੋਂ 2 ਹੁੰਦੀ ਆ ਉਹਨੂੰ ਆਪਾਂ ਬੋਲਦੇ ਆ ਕੁਆਡਰੈਟਿਕ ਇਕੁਏਸ਼ਨ। ਫॉर एग्जांपल 5x² - 7x + 9 = 0। ਇਹ ਆਪਣੇ ਕੋਲ ਇੱਕ ਕੁਆਡਰੈਟਿਕ ਇਕੁਏਸ਼ਨ ਆ। ਦੇਖੋ ਇਹਦੇ ਵਿੱਚ x ਦੀ ਸਭ ਤੋਂ ਵੱਡੀ ਪਾਵਰ 2 ਆ, ਇੱਥੇ ਆਪਣੇ ਕੋਲ 1 ਪਾਵਰ ਸੀ, ਆਪਾਂ ਸਭ ਤੋਂ ਵੱਡੀ ਦੇਖਣੀ ਆ। ਸੋ ਇਹਨੂੰ ਕਹਿੰਦੇ ਆ ਕੁਆਡਰੈਟਿਕ ਇਕੁਏਸ਼ਨ। ਹੁਣ ਮੇਨਲੀ ਇਹਦੇ ਵਿੱਚੋਂ ਜਿਹੜੇ ਕੁਐਸਚਨਸ ਆਉਂਦੇ ਆ, ਇੱਕ ਕੁਐਸਚਨ ਤਾਂ ਤੁਹਾਨੂੰ ਕੁਆਡਰੈਟਿਕ ਇਕੁਏਸ਼ਨਸ ਦੇ ਨਾਲ ਰਿਲੇਟ ਕਰਦਾ ਹੀ ਆ ਸਕਦਾ ਹੈ। ਤੁਹਾਨੂੰ 4 ਇਕੁਏਸ਼ਨਸ ਦਿੱਤੀਆਂ ਹੋਣੀਆਂ, ਤੁਸੀਂ ਉਹ ਚੋਂ ਚੈੱਕ ਕਰਨਾ ਕਿ ਇਹਨਾਂ ਚੋਂ ਕਿਹੜੀ ਕੁਆਡਰੈਟਿਕ ਹੈ, ਜਾਂ ਉਹ ਕਹਿ ਦੋਗੇ ਕਿਹੜੀ ਕੁਆਡਰੈਟਿਕ ਨਹੀਂ ਹੈ, ਠੀਕ ਹੈ। ਸੋ ਇੱਕ ਕੁਐਸਚਨ ਤਾਂ ਇੱਥੋਂ ਬਣਦਾ ਹੈ। ਜਦੋਂ ਆਪਾਂ ਕੁਐਸਚਨਸ ਕਰਾਂਗੇ ਤਾਂ ਇਹਦੇ ਕਨਸੈਪਟਸ ਜਿਹੜੇ ਉਹ ਕਲੀਅਰ ਹੋਊਗੇ। ਦੂਸਰਾ ਕੁਐਸਚਨ ਬਣਦਾ ਹੈ ਡਿਸਕ੍ਰਿਮੀਨੈਂਟ ਦਾ। ਸੋ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਡਿਸਕ੍ਰਿਮੀਨੈਂਟ। ਸੋ ਡਿਸਕ੍ਰਿਮੀਨੈਂਟ ਕਿਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਵੀ ਆਪਾਂ ਨੂੰ ਕੁਆਡਰੈਟਿਕ ਇਕੁਏਸ਼ਨ ਦਿੱਤੀ ਹੋਈ ਆ, ਉਹਦੇ ਵਿੱਚ a, b ਔਰ c ਦੀ ਵੈਲਿਊ ਕੈਲਕੂਲੇਟ ਕਰਨੀ ਹੈ। ਹੁਣ a, b, c ਦੀ ਵੈਲਿਊ ਕਿਸ ਤਰੀਕੇ ਨਾਲ ਆਊਗੀ, ਜੋ x² ਦਾ ਕੋਐਫੀਸ਼ੀਐਂਟ ਆ ਉਹ ਹੁੰਦਾ a,
जो x ਦਾ ਕੋਐਫੀਸ਼ੀਐਂਟ ਆ ਉਹ ਹੁੰਦਾ b ਔਰ ਜਿਹੜੀ ਕਾਂਸਟੈਂਟ ਟਰਮ ਆ ਉਹ ਹੁੰਦੀ c ਸਾਈਨ b ਵਿੱਚ ਇਨਕਲੂਡ ਕਰਨੇ ਆ ਅਗਰ ਇਹ -7 ਆ ਤਾਂ d -7 ਆਊਗਾ ਸੋ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਹੁੰਦਾ d b² - 4ac ਇੱਥੋਂ ਆਪਾਂ ਡਿਸਕ੍ਰਿਮੀਨੈਂਟ ਕੈਲਕੂਲੇਟ ਕਰ ਸਕਦੇ ਹਾਂ ਹੁਣ ਇਹਦੇ ਵਿੱਚ ਵੈਲਿਊਜ਼ ਫਿਲ ਕਰ ਦਾਂਗੇ -7 ਦਾ ਸਕੁਅਰ -4 × 5 × 9 7 ਦਾ ਸਕੁਅਰ ਹੋ ਗਿਆ ਆਪਣੇ ਕੋਲ 63 ਸੌਰੀ 49 49 ਦੇ ਵਿੱਚੋਂ 5 for the 20 into 9 180 ਸੋ ਇਹ ਆਪਣੇ ਕੋਲ ਨੈਗੇਟਿਵ ਟਰਮ ਆਊਗੀ ਇਹਨੂੰ ਆਪਾਂ ਮਲਟੀਪਲਾਈ ਕਰਾਂਗੇ 49 ਹੋ ਗਿਆ ਬਾਕੀ ਮਲਟੀਪਲਾਈ ਕਰਕੇ ਇਹਨੂੰ 180 ਚੋਂ 49 ਮਾਈਨਸ ਕਰ ਦੇਣੇ ਆ ਆਪਣੇ ਕੋਲ ਜਿਹੜਾ ਆਨਸਰ ਆ ਉਹ ਆ ਜਾਏਗਾ -131 ਸੋ ਡੀ ਆਪਣੇ ਕੋਲ ਨੈਗੇਟਿਵ ਆ ਗਿਆ ਹੁਣ ਇਸੇ ਹੀ ਬੇਸ ਤੇ ਆਪਣੇ ਕੋਲ ਜਿਹੜੇ ਐਮਸੀਕਿਊਜ਼ ਆ ਉਹ ਇਸ ਕੁਐਸਚਨ ਦੇ ਵਿੱਚ ਬਣਦੇ ਆ ਸੋ ਹੁਣ ਮੈਂ ਤੁਹਾਨੂੰ ਉਹ ਐਮਸੀਕਿਊਜ਼ ਜਿਹੜੇ ਆ ਥੋੜੇ ਦੱਸੂਗਾ ਪਹਿਲਾਂ ਇਹਦੇ ਪੁਆਇੰਟਸ ਕੀ ਪੁਆਇੰਟਸ ਹੁੰਦੇ ਆ ਦੇਖੋ ਅਗਰ ਡਿਸਕ੍ਰਿਮੀਨੈਂਟ 0 ਤੋਂ ਵੱਡਾ ਹੈ ਮੀਨਸ ਪੋਜ਼ਿਟਿਵ ਆ ਤਾਂ ਆਪਾਂ ਬੋਲਦੇ ਆ ਕਿ ਉਸ ਇਕੁਏਸ਼ਨ ਦੇ ਰੀਅਲ ਰੂਟਸ ਹੋਊਗੇ ਕਿੰਨੇ ਰੂਟਸ ਹੋਊਗੇ 2 ਰੂਟਸ ਹੋਊਗੇ ਔਰ ਦੋਨੋਂ रूट रियल होंगे रियल रूट्स एग्जिस्ट करेंगे ठीक है ਜਦੋਂ d ਪੋਜ਼ਿਟਿਵ ਆ ਅਗਰ d ਨੈਗੇਟਿਵ ਆ ਜੋ ਕਿ ਆਪਣਾ ਇਸ ਕੇਸ ਦੇ ਵਿੱਚ ਆਇਆ ਸੀ -131 ਨੈਗੇਟਿਵ ਮੀਨਸ 0 ਤੋਂ ਛੋਟਾ ਸੋ ਇਹਦਾ ਮਤਲਬ ਜਿਹੜੇ ਰੀਅਲ ਰੂਟਸ ਆ ਉਹ ਐਗਜ਼ਿਸਟ ਨਹੀਂ ਕਰਨਗੇ ਡਸ ਨਾਟ ਐਗਜ਼ਿਸਟ ਕੀ ਨਹੀਂ ਐਗਜ਼ਿਸਟ ਕਰਨਗੇ ਰੀਅਲ ਰੂਟਸ ਡਸ ਨਾਟ ਐਗਜ਼ਿਸਟ ਸੋ ਜਿਹੜੇ ਇਹਦੇ ਰੀਅਲ ਰੂਟਸ ਆ ਉਹ ਐਗਜ਼ਿਸਟ ਨਹੀਂ ਕਰਨਗੇ ਤੀਸਰਾ ਕੇਸ ਆ d = 0 ਹੁਣ ਜਦੋਂ d 0 ਆ ਗਿਆ ਇਹਦਾ ਮਤਲਬ ਜਿਹੜੇ ਇਕੁਏਸ਼ਨ ਦੇ ਦੋ ਰੂਟ ਆਣੇ ਆ ਉਹ ਦੋਨੋਂ ਇਕੁਅਲ ਹੋਗੇ ਇਕੁਅਲ ਰੂਟਸ ਐਗਜ਼ਿਸਟ ਕਰਨਗੇ ਠੀਕ ਹੈ ਸੋ ਇਹ ਤਿੰਨ ਰਿਜ਼ਲਟ ਜਿਹੜੇ ਆ ਬਹੁਤ ਇੰਪੋਰਟੈਂਟ ਆ d ਅਗਰ 0 ਤੋਂ ਵੱਡਾ ਆ ਰੀਅਲ ਰੂਟਸ 0 ਤੋਂ ਛੋਟਾ ਆ ਰੀਅਲ ਰੂਟਸ ਡਸ ਨਾਟ ਐਗਜ਼ਿਸਟ d = 0 ਤਾਂ then ਇਕੁਅਲ ਰੂਟਸ ਸੋ ਹੁਣ ਆਪਾਂ ਜਿਹੜੇ ਕੁਐਸਚਨਸ ਕਰਨੇ ਆ ਉਹਦੇ ਵਿੱਚ ਇਹ ਚੀਜ਼ ਜਿਹੜੀ ਹੈ ਯੂਜ਼ ਹੋਣੀ ਆ ਇਹਨੂੰ ਤੁਸੀਂ ਨੋਟ ਕਰ ਲੈਣਾ ਬਹੁਤ ਇੰਪੋਰਟੈਂਟ ਆ ਔਰ 1 ਜਾਂ 2 ਨੰਬਰ ਦਾ ਕੁਐਸਚਨ ਇਹਨਾਂ ਵਿੱਚੋਂ ਪੱਕਾ ਤੁਹਾਨੂੰ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ ਔਰ ਕੁਆਡਰੈਟਿਕ ਇਕੁਏਸ਼ਨ ਦੇ ਦੋ ਹੀ ਰੂਟਸ ਬਣਦੇ ਆ ਇਹ ਵੀ ਤੁਸੀਂ ਯਾਦ ਰੱਖਣਾ ਸੋ ਹੁਣ ਆਪਾਂ ਇਹਦੇ ਕੁਐਸਚਨਸ ਕਰਦੇ ਆ ਫਸਟ ਕੁਐਸਚਨ ਆ ax² + bx + c ਇਸ ਜਨਰਲ ਫਾਰਮ ਆਫ ਕੁਆਡਰੈਟਿਕ ਇਕੁਏਸ਼ਨ ਕੋਈ ਵੀ ਕੁਆਡਰੈਟਿਕ ਇਕੁਏਸ਼ਨ ਜਿਹੜੀ ਆ ਉਹ ਇਸ ਫਾਰਮ 'ਚ ਲਿਖੀ ਜਾਂਦੀ ਆ ax² + bx + c ਇਹ ਬਿਲਕੁਲ ਟਰੂ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਪਾਵਰ 2 ਆ ਦੈਨ bx ਹੋ ਗਿਆ c ਹੋ ਗਿਆ ਸੋ ਇਹ ਜਨਰਲ ਫਾਰਮ ਆ ਕੁਆਡਰੈਟਿਕ ਇਕੁਏਸ਼ਨ ਦੀ ਤੁਸੀਂ ਇਹਨੂੰ ਐਜ਼ ਇਟ ਇਜ਼ ਜਿਹੜਾ ਆ ਉਹ ਯਾਦ ਰੱਖ ਸਕਦੇ ਆ ਕੁਐਸਚਨ ਨੰਬਰ 17 which of following is a quadratic equation ਦੇਖੋ ਹੁਣ ਚਾਰ ਆਪਸ਼ਨਸ ਆ ਗਈਆਂ ਆਪਾਂ ਦੱਸਣਾ ਹੈ ਕਿ ਕੁਆਡਰੈਟਿਕ ਇਕੁਏਸ਼ਨ ਕਿਹੜੀ ਆ ਪਹਿਲੀ ਆਪਸ਼ਨ ਨੂੰ ਦੇਖੋ x + 1 ਇਹਦੇ ਵਿੱਚ ਸਭ ਤੋਂ ਵੱਡੀ ਪਾਵਰ ਆ x ਦੀ 1 ਇੱਥੇ ਪਾਵਰ ਅਗਰ ਕੋਈ ਨਹੀਂ ਹੋਵੇ ਤਾਂ that means 1 ਹੈ ਸੋ ਇਹ ਇਸ ਦਾ ਆਨਸਰ ਨਹੀਂ ਬਣੂਗਾ ਇੱਥੇ ਦੇਖੋ x ਦੀ ਪਾਵਰ 1 y ਆ ਗਿਆ ਵਿੱਚ ਸੋ ਇਹ ਵੀ ਕੁਆਡਰੈਟਿਕ ਇਕੁਏਸ਼ਨ ਨਹੀਂ ਹੈ ਕਿਉਂਕਿ ਦੋ ਵੇਰੀਏਬਲ ਆ ਗਏ ਇਹਦੇ ਵਿੱਚ ਵੇਰੀਏਬਲ ਸੇਮ ਹੋਣੇ ਚਾਹੀਦੇ ਆ ਔਰ ਸਭ ਤੋਂ ਵੱਡੀ ਪਾਵਰ 2 ਹੋਣੀ ਚਾਹੀਦੀ ਹੈ ਇਹਦੇ ਵਿੱਚ ਦੇਖੋ ਸਭ ਤੋਂ ਵੱਡੀ ਪਾਵਰ ਆ ਗਈ 3 ਸੋ ਇਹ ਵੀ ਨਹੀਂ ਬਣਨਾ ਸੋ ਬਚਿਆ ਆਪਣੇ ਕੋਲ ਆਪਸ਼ਨ ਸੀ x + 2² ਜਦੋਂ ਆਪਾਂ ਇਹਦਾ ਹੋਲ ਸਕੁਅਰ ਓਪਨ ਕਰਾਂਗੇ a² + b² + 2ab ਸੋ ਇਸ ਇਕੁਏਸ਼ਨ ਦੇ ਵਿੱਚ x ਦੀ ਸਭ ਤੋਂ ਵੱਡੀ ਪਾਵਰ 2 ਆਊਗੀ ਸੋ ਇਸ ਲਈ ਇਹ ਕੁਆਡਰੈਟਿਕ ਇਕੁਏਸ਼ਨ ਆ ਨੈਕਸਟ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 18 b² - 4ac is the formula to find the discriminant of quadratic equation true or false ਦੱਸਣਾ ਆ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਕਿ ਡਿਸਕ੍ਰਿਮੀਨੈਂਟ ਕੱਢਣ ਦੇ ਲਈ ਆਪਾਂ ਫਾਰਮੂਲਾ ਯੂਜ਼ ਕਰਦੇ ਹਾਂ b² - 4ac ਸੋ ਇਹ ਟਰੂ ਆ ਕਿਸੇ ਵੇਲੇ ਇਸ ਤਰੀਕੇ ਨਾਲ ਇੱਥੇ ਪਲੱਸ ਵੀ ਆ ਸਕਦੀ b² + 4ac ਫਿਰ ਇਹ ਫਾਲਸ ਬਣ ਜਾਣਾ ਠੀਕ ਹੈ ਸੋ ਪੇਪਰ ਦੇ ਵਿੱਚ ਕਾਲੀ ਨਹੀਂ ਕਰਨੀ ਧਿਆਨ ਦੇ ਨਾਲ ਪੜ੍ਹ ਕੇ ਫਿਰ ਉਸ ਕੁਐਸਚਨ ਦਾ ਆਨਸਰ ਕਰਨਾ 19 ਕੁਐਸਚਨ which of following is condition of equal roots in quadratic equation ਦੇਖੋ equal roots ਜਿਹੜੇ ਆ ਉਹ equal ਹੋਣੇ ਚਾਹੀਦੇ ਆ equal ਸੋ equal ਦਾ ਮਤਲਬ ਜਿਹੜਾ discriminant ਆ ਉਹ 0 ਦੇ equal ਹੋਣਾ ਚਾਹੀਦਾ ਆ ਸੋ equal roots d = 0 ਇਸ ਤਰੀਕੇ ਤੁਸੀਂ ਯਾਦ ਰੱਖ ਸਕਦੇ ਆ
सो बाकी ऑप्शंस देखने की लोड़ ही नहीं, जिस ऑप्शन च इक्वल टू आंदा है वो इस क्वेश्चन का आंसर बन जाऊगा। मेन उस क्वेश्चन के जोड़े वर्ड है उन्होंने तुसी ध्यान च रखते हुए क्वेश्चन का आंसर देना। सो नैक्सट क्वेश्चन नंबर 20, रूट्स ऑफ क्वाड्रेटिक इक्वेशन आर इक्वल एंड अनइक्वल इफ। हुण रूट्स जड़े आ क्वाड्रेटिक इक्वेशन दे आर इक्वल एंड अनइक्वल। क्वेश्चन रूट्स कह रहा है, इक्वल भी कह रहा है, अनइक्वल भी कह रहा है। रियल एंड अनइक्वल, इत्थे इक्वल नहीं आना, इत्थे आना रियल। एक मिस्टेक सी, सो मैं इन्हू करेक्ट कर देना। रियल एंड अनइक्वल, रियल मीनस कि जो डिस्क्रिमिनेंट आ वो 0 तो बड़ा होना चाहिए। अनइक्वल का मतलब डी 0 भी नहीं होना चाहिए, डी 0 भी होना नहीं चाहिए। सो इस करके इस क्वेश्चन का राइट आंसर बनेगा ऑप्शन ए, डी जड़ा है वो 0 तो बड़ा है। ठीक है, सो इत्थे रियल आना सी, क्वेश्चन च मिस्टेक सी, सो करेक्ट कर दी आपां। रियल एंड अनइक्वल इफ डी इज ग्रेटर दैन 0। नेक्स्ट क्वेश्चन नंबर 21, माइनस बी ओवर ए इज द सम ऑफ रूट्स ऑफ क्वाड्रेटिक इक्वेशन। ये आप चैप्टर 2 ਦੇ पढ़ते हैं, सो थोड़ी जी थानू मैं नॉलेज दे दिना। ये ax स्केयर प्लस bx प्लस c, ये आप जनरल फॉर्म पढ़ी है इक्वेशन की। सो ये जोड़े सम ऑफ रूट्स आ, दो रूट्स बनने आ, अगर आप दोनों का सम करते हैं सम ऑफ रूट्स, तो वह फार्मूला होंदा है इस x के कोफिशिएंट लेना विद नैगेटिव साइन माइनस b ओवर x स्केयर का कोफिशिएंट लेना a। सो ये सम ऑफ रूट्स का फार्मूला होंदा है। इस तरीके के नाल जिहड़े रूट्स आते हैं, अगर आप प्रोडक्ट देखनी होवे, ਉਹਦੀ मल्टीप्लाई चेक करनी होवे, प्रोडक्ट ऑफ रूट्स देखना होवे, तो प्रोडक्ट ऑफ रूट्स का फार्मूला होंदा c ओवर a कांस्टेंट टर्म ओवर कोफिशिएंट ऑफ x स्क्वायर, ये प्रोडक्ट ऑफ रूट का फार्मूला है। सो ये बिल्कुल ठीक है, ट्रू। नैक्सट क्वेश्चन करते हैं 22, रूट ऑफ क्वाड्रेटिक इक्वेशन। हुण इहदे विच आपां चेक करने कि रूट किस तरीके दे आ। सो रूट्स चेक करने के लिए इस इक्वेशन का डिस्क्रिमिनेंट कढ़ना पऊगा। a आ गया 5 अपने को, b आ गया -4, c आ गया 5, abc की वैल्यू आ गई, दैन b स्क्वायर -4ac, b -4 का स्क्वायर -4 इंटू 5 इंटू 5, 4 का स्क्वायर हो गया 16 माइनस 5 5 का 25 इंटू 4 100। इतों देख के समझ सकते हैं बई ਇਹਦਾ आंसर नैगेटिव आने वाला है। सानू सिर्फ पॉजिटिव, नैगेटिव और इक्वल 0 आ 3 कंडीशन के नाल मतलब है। ठीक है, तो कितना आंसर आऊगा -84 आऊगा। इस चीज़ ना कोई ना रिलेट नहीं करना, ये साइन के नाल रिलेट करना। नैगेटिव हुण उन्हें पूछा रूट्स किस तरीके दे इहदे, सो ये अपने कोल आ गया नैगेटिव। नैगेटिव दे विच रूट्स जिहड़े आ रियल नहीं होंदे, सो इसदा आंसर बन जाना ऑप्शन बी द नॉट रियल, क्योंकि ऑप्शन ए च भी रियल सी, ऑप्शन सी च भी रियल सी। नॉट इक्वल, सो इक्वल तो वैसे है नहीं गे, बट ज़्यादा ਇਹਦਾ बेटर आंसर ऑप्शन बी आ, नॉट रियल अकॉर्डिंग टू ਆਪਾਂ चेक करते हैं ਜਿਹੜਾ पॉजिटिव, नैगेटिव और 0। सो नैक्सट क्वेश्चन करते हैं 23, इक्वेशन x plus 1 square minus x square has dash real roots। देखो ये हम कितने रियल रूट्स हो गए। सो x plus 1 दा स्क्वायर माइनस x स्क्वायर, ਇਹਦਾ फार्मूला ओपन करो, a square plus b square minus 2ab, x square ना x square कटिया जाऊगा। सो अपने को की बचिया 1 minus 2x, x की सब तो बड़ी पावर कितनी है 1, इनू कहते हैं लीनियर। सो लीनियर मतलब सब तो बड़ी पावर 1, जब सब तो बड़ी पावर 2 होवे दैट मीनस क्वाड्रेटिक। सो क्वाड्रेटिक दे रियल रूट्स कितने होंगे 2, वो चेक करना पैंदा आपां नूं डिस्क्रिमिनेंट। आपां इहनूं इक्वल टू 0 करांगे तो अपने को x की वैल्यू 1/2 आ जाऊगी। सो 1/2 एक रियल नंबर आ, सो 1 रियल रूट है इस इक्वेशन का। ठीक है, अगर इक्वेशन क्यूबिक होवे तो उहदे 3 रूट होंगे मैक्सीमम। ठीक है, हुण रियल क्योंकि आपां इस चीज़ नूं इक्वल टू 0 करना सी,
सो 0 करके x आ गया 1/2, सो इस द वन रियल रूट सीगा। नैक्सट क्वेश्चन नंबर 24 फैक्टराइजेशन। हुण फैक्टर 2x स्क्वेयर माइनस 3x प्लस 1 दे फैक्टर बनाने आपां और चेक करना कि ये फैक्टर बनते हैं इस इक्वेशन दे। सो देखो सब तो पहला मिडल टर्म ਨੂੰ स्प्लिट करो 2x स्क्वेयर माइनस 2x माइनस 1x क्योंकि नैगेटिव का 3 चाहिए और मल्टीप्लाई करके 2 आने चाहिए 2 इंटू 1 दोनों साइन नैगेटिव आऊगे इतने अपने को। सो फैक्टर दे विच इन्हां चों कॉमन लो 2x आ गया कॉमन अंदर आ गया x माइनस 1 ये विचों कॉमन कुछ नहीं आ रहा अगर कॉमन कुछ नहीं आ रहा अगर ये माइनस का 1 है तो माइनस अगर ये प्लस का है तो प्लस अंदर आ गया x माइनस 1 सो अपने को x माइनस 1 आ जाऊगा कॉमन सो नाल आ गया 2x माइनस 1 सो ये इस इक्वेशन के फैक्टर बने x माइनस 1 2x माइनस 1 सो ये भी यही कह रहे हैं ये अगे लिखा है पिछे लिखा है इसका कोई चक्कर नहीं है 5 ਨੂੰ ਚਾਹੇ 4 ਨਾਲ ਮਲਟੀਪਲਾਈ ਕਰ ਲਓ 4 ਨੂੰ ਚਾਹੇ 5 ਨਾਲ ਮਲਟੀਪਲਾਈ ਕਰ ਲਓ ਆਨਸਰ 20 ਹੀ ਆਉਂਦਾ ਸੋ ਇਸ ਦੇ ਲਈ x plus 1 ਪਿੱਛੇ ਲਿਖਿਆ ਹੋਵੇ ਚਾਹੇ ਅੱਗੇ ਲਿਖਿਆ ਹੋਵੇ ਸੋ ਇਹ ਬਿਲਕੁਲ ਸਹੀ ਆ ਟਰੂ ਨੈਕਸਟ ਕੁਐਸਚਨ ਕਰਦੇ ਹਾਂ 25 p is equal to 1 q is equal to minus 2 the root of equation ਇਹ ਦਿੱਤੇ ਹੋਏ ਆਪਾਂ ਨੂੰ then quadratic equation will be ਦੇਖੋ इक्वेशन दे रखी है x स्क्वायर माइनस px प्लस q इक्वल टू 0 x ਨੂੰ ਫਿਲ ਕਰ ਦੋ 1 ਸੌਰੀ p ਨੂੰ ਫਿਲ ਕਰ ਦੋ 1 ਤੇ q ਨੂੰ ਫਿਲ ਕਰ ਦੋ -2 x स्क्वायर ਇੱਥੇ ਆਪਾਂ ਪੁੱਟ ਕਰਾਂਗੇ 1 x ਇੱਥੇ ਪੁੱਟ ਕਰਾਂਗੇ -2 ਇਕੁਅਲ ਟੂ 0 ਸੋ ਹੁਣ ਇਕੁਏਸ਼ਨ ਕਿਸ ਤਰੀਕੇ ਦੀ ਬਣੀ x स्क्वायर -x -2 ਇਕੁਅਲ ਟੂ 0 ਆਪਾਂ ਕੀ ਕਰਨਾ ਸੀ ਜਸਟ ਜਿਹੜੀ ਆ ਵੈਲਿਊ ਆ p ਤੇ q ਦੀ ਇਹਦੇ ਵਿੱਚ ਪੁੱਟ ਕਰਨੀ ਸੀ ਪੁੱਟ ਕਰਕੇ ਆਪਸ਼ਨਸ ਦੇਖਣੀਆਂ ਸੀ ਵੀ ਕਿਹੜੀ ਆਪਸ਼ਨ ਜਿਹੜੀ ਆ ਉਹ ਇਹਦੇ ਨਾਲ ਮੈਚ ਕਰਦੀ ਆ ਸੋ ਆਨਸਰ ਆ ਗਿਆ x² - x - 2 ਇਕੁਅਲ ਟੂ 0 ਅਗਲਾ ਕੁਐਸਚਨ ਕਰਦੇ ਆ 26 व्हाट इज द सम ਹੁਣ ਦੇਖੋ ਫਿਰ ਸਮ ਆ ਗਿਆ ਸੋ ਸਮ ਦੇ ਲਈ ਆਪਾਂ ਨੂੰ ਰੂਟਸ ਫਾਈਂਡ ਕਰਨ ਦੀ ਕੋਈ ਲੋੜ ਨਹੀਂ ਆ ਅਗਰ ਆਪਾਂ ਨੂੰ ਡਾਇਰੈਕਟ ਫਾਰਮੂਲਾ ਆਉਂਦਾ ਹੈ 2x² -6x - 7 इक्वल टू 0 ਹੁਣ ਅਗਰ ਆਪਾਂ ਨੂੰ ਸਮ ਆਫ ਰੂਟਸ ਦਾ ਫਾਰਮੂਲਾ ਆਉਂਦਾ ਆ -b/a ਸੋ -b ਇਹਦਾ ਕੋਐਫੀਸ਼ੀਐਂਟ 6 ਇੱਕ -a ਵਾਲੀ ਇੱਕ -a ਵਾਲੀ ਪਲੱਸ ਹੋ ਗਿਆ 6 a ਹੁੰਦਾ ਕੋਐਫੀਸ਼ੀਐਂਟ ਆਫ x² 2 ਸੋ 6 ਨੂੰ 2 ਨਾਲ ਕੱਟ ਕਰਾਂਗੇ ਸੋ ਸਮ ਆਫ ਰੂਟਸ ਆ ਗਿਆ ਆਪਣੇ ਕੋਲ 3 ਸੋ ਇਸ ਕੁਐਸਚਨ ਦਾ ਰਾਈਟ ਆਨਸਰ ਬਣ ਜਾਣਾ ਆਪਸ਼ਨ ਬੀ 3 next question number 27 what is the product of roots of the equation ਹੁਣ ਆਪਾਂ ਪ੍ਰੋਡਕਟ ਫਾਈਂਡ ਕਰਨੀ ਹੈ ਸਭ ਤੋਂ ਪਹਿਲਾਂ ਇਕੁਏਸ਼ਨ ਹੁਣ ਆਪਾਂ ਪ੍ਰੋਡਕਟ ਫਾਈਂਡ ਕਰਨੀ ਹੈ ਸੋ ਪ੍ਰੋਡਕਟ ਦਾ ਫਾਰਮੂਲਾ ਯੂਜ਼ ਕਰਾਂਗੇ c/a ਸੋ c क्या ਹੁੰਦਾ x ਦਾ ਕੋਐਫੀਸ਼ੀਐਂਟ a x ਦਾ ਕੋਐਫੀਸ਼ੀਐਂਟ b ਲਾਸਟ ਵਾਲਾ ਹੋ ਗਿਆ c ਕਾਂਸਟੈਂਟ ਟਰਮ ਸੋ c ਹੋ ਗਈ -1 a ਦੀ ਵੈਲਿਊ 1 -1/1 ਹੁੰਦਾ -1 सो इसका राइट आंसर बन जाएगा ऑप्शन ए सो नेक्स्ट क्वेश्चन नंबर 28 फिर सम ऑफ रूट्स आ गया सो सम ऑफ रूट्स देखो हुण इत्थे इक्वेशन जिहड़ी आ ना वो तुहानू स्टैंडर्ड फॉर्म च नहीं दित्ती हुई सो सब तो पहला इहनू ठीक करके लिखना सब तो पहला हुंदी है स्केयर वाली रकम स्केयर वाली टर्म तो बाद एक्स वाली टर्म then constant equal to 0 सो सब तो पहला इक्वेशन सही करनी है इक्वेशन सही करके हुण फार्मूला लगाना है सम दा -b/a अगर इत्थे भी माइनस आ एक फार्मूले च माइनस आ तो 9 बन जाऊगा a दी वैल्यू 3 सो कटिया गया सम अपने को आ गया 3 सो ऑप्शन ए आ गया सो इस तरीके नाल ही करना सीगा क्वेश्चन नंबर 28 क्वेश्चन नंबर 29 if the equation x² plus 4x plus k equal to 0 has real and distinct root ਹੁਣ ਇਸ ਇਕੁਏਸ਼ਨ ਦੇ ਰੀਅਲ ਰੂਟਸ ਦੇ ਰੱਖੇ ਆਪਣੇ ਕੋ ਠੀਕ ਹੈ ਡਿਸਟਿੰਕਟ ਮੀਨਸ ਦੋ ਅਲੱਗ-ਅਲੱਗ ਡਿਸਟਿੰਕਟ ਦਾ ਮਤਲਬ ਆ ਦੋ ਅਲੱਗ-ਅਲੱਗ ਰੂਟ ਦੇ ਰੱਖੇ ਆ ਦੈਨ ਹੁਣ k ਕੀ ਆਊਗਾ ਦੇਖੋ ਰੀਅਲ ਐਂਡ ਡਿਸਟਿੰਕਟ ਦੇ ਲਈ ਹੁੰਦਾ d greater than 0 ਸੋ ਫਾਰਮੂਲਾ ਲਗਾ ਦੋ b² - 4ac greater than 0 so b²
b ਦੀ ਵੈਲਿਊ ਆਪਣੇ ਕੋ 4, ਸੋ 4 ਦਾ ਸਕੁਅਰ ਮਾਈਨਸ 4 into 1 into k greater than 0, so 4 ਦਾ ਸਕੁਅਰ ਆ ਗਿਆ 16 minus 4k greater than 0, 4k दूसरी साइड चल जाऊगा minus 4k minus 16 उधर ले जाओ। ਜਦੋਂ ਵੀ ਆਪਾਂ ਕਿਸੇ ਨੈਗੇਟਿਵ ਨੰਬਰ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਆ ਸਾਈਨ ਜਿਹੜਾ ਹੈ ਇਹ ਚੇਂਜ ਹੋ ਜਾਂਦਾ ਹੈ। ਇਸ ਸਾਈਨ ਨੂੰ ਆਪਾਂ ਚੇਂਜ ਕਰਨਾ, ਇਹ ਗੱਲ ਯਾਦ ਰੱਖਣੀ ਹੈ। ਜਦੋਂ ਵੀ ਕਿਸੇ ਨੈਗੇਟਿਵ ਨੰਬਰ ਦੇ ਨਾਲ ਆਪਾਂ ਡਿਵਾਈਡ ਕਰਦੇ ਹਾਂ ਤਾਂ ਉਹ ਸਾਈਨ ਜਿਹੜਾ ਹੈ ਉਹ ਚੇਂਜ ਕਰ ਜਾਂਦਾ ਹੈ। ਸੋ ਇਹ ਥੋੜਾ ਵਧੀਆ ਕੁਐਸਚਨ ਸੀ ਇਸ ਚੈਪਟਰ ਦਾ, ਜਿੱਦਾਂ ਥਰਡ ਚੈਪਟਰ ਦਾ ਕੀਤਾ ਸੀ ਆਪਾਂ ਇੱਕ ਕੁਐਸਚਨ। ਸੋ ਇਹ ਧਿਆਨ ਵਿੱਚ ਰੱਖਣਾ ਹੈ। ਹੁਣ ਕਈ ਬੱਚੇ ਕੀ ਕਰਦੇ ਆ 4k ਉਧਰ ਲੈ ਜਾਊਗੇ, ਜਦੋਂ ਨੈਗੇਟਿਵ ਟਰਮ ਉਧਰ ਜਾਊਗੀ ਇਹ 4k ਇੱਧਰ ਜਾਊਗੀ, ਠੀਕ ਹੈ 16/4 ਕਰਾਂਗੇ। ਸੋ ਤਾਂ ਵੀ ਆਪਣੇ ਕੋਲ ਜਿਹੜਾ ਆਨਸਰ ਆ ਉਹ ਇਸ ਤਰੀਕੇ ਨਾਲ ਹੀ ਆਉਂਦਾ ਹੈ ਕਿ 4 ਜਿਹੜਾ ਆ ਉਹ k ਤੋਂ ਵੱਡਾ ਆ। ਦੇਖੋ ਇਹਨੂੰ ਆਪਾਂ ਕਿਸ ਤਰ੍ਹਾਂ ਲਿਖਣਾ, ਇਹਨੂੰ ਆਪਾਂ ਲਿਖਣਾ s ਇਸ ਵੇ ਦੇ ਨਾਲ k greater than 0। ਸੋ ਆਪਸ਼ਨ ਦੇਖ ਕੇ a ਦੀ ਲਗਾ ਲੈਣੀ ਬਈ ਰੀਅਲ ਰੂਟਸ ਦੇ ਵਿੱਚ b ਜਿਹੜਾ 0 ਤੋਂ ਵੱਡਾ ਹੁੰਦਾ ਹੈ, ਨਹੀਂ a ਇਹਦਾ ਆਨਸਰ ਨਹੀਂ ਆਣਾ, ਇਹਦਾ ਆਨਸਰ ਆਪਸ਼ਨ b ਆਏਗਾ। ਸੋ ਲਾਸਟ ਕੁਐਸਚਨ ਆ ਜਿਹਦਾ ਡਿਸਕ੍ਰਿਮੀਨੈਂਟ ਫਾਈਂਡ ਕਰਨਾ ਹੈ। ਇਹਦੇ ਵਿੱਚ डिस्क्रिमिनेंट a है 2, b है -7, c है -3। सो d का फार्मूला b स्क्वायर माइनस 4ac, सो 7 का स्क्वायर 49, 4 into 2 into -3, मैं सीधा ही 7 का स्क्वायर नेगेटिव रकम का स्क्वायर पॉजिटिव होएगा नेगेटिव टर्म का 49 माइनस माइनस प्लस एक माइनस आ वाली और एक माइनस आ वाली 4 टू दा 8 8 3 का 24 ऐड करांगे तो डिस्क्रिमिनेंट अपने को आ जाऊगा 73, ऑप्शन बी। एक क्वेश्चन हो रहा है इस चैप्टर का, सो वो भी डिस्कस कर लेते हैं। क्वेश्चन नंबर 31, व्हाट आर द वैल्यूज ऑफ ए बी सी। सो ये तो बिल्कुल ईजी है, जो एक्स स्क्वायर दे नाल आ ये ए हो गया, जो एक्स दे नाल आ ये बी हो गया और जी कॉन्स्टेंट टर्म आ ये सी हो गई। सो जो भी ए बी सी की वैल्यू कैलकुलेट करनी है, ए की वैल्यू के लिए एक्स स्क्वायर का कोएफिशिएंट देखना, बी की वैल्यू के लिए एक्स का कोएफिशिएंट देखना और सी के लिए जी कॉन्स्टेंट टर्म है जिसमें एक्स नहीं यूज होया वो देखनी है, ठीक है। सो आंसर देखते ही ऑप्शंस इको जिहियां हैं, सो कन्फ्यूजिंग है। आंसर आना 2 -5 -3, सो इस मैच करता ऑप्शन है ऑप्शन सी। सो काली नहीं करनी, चंगी तरीके नाल देख के फिर जी ऑप्शन आ वो टिक करनी। सो ये सीगे चैप्टर 3 ते चैप्टर 4 के MCQs जिहड़े कि आपां डिस्कस कीते आ। ते हुण तुसीं इस चैनल नूं सबसक्राइब कर दिओ, क्योंकि इहदे उपर बाकी चैप्टर्स दे भी जिहड़े MCQs आ वो मैं जल्द ही वीडियो बना के अपलोड करूँगा। सो तुसीं इस चैनल तो ਜਿਹੜੇ ਤੁਹਾਡੇ पेपर च आने वाले 1 नंबर के क्वेश्चन आ उन्हों की बहुत वधिया तैयारी कर सकते हैं। बाकी मैं इंपॉर्टेंट सम्स की वीडियो भी बनाऊँगा, वो भी आप जल्दी ये उपर अपलोड करांगे। सो चैनल को सबसक्राइब कर लो। सो थैंक यू। हम आप क्लास में ऑफ करते हैं।